हेलो स्टूडेंट्स, मैं हाँ डॉक्टर लखविंदर कौर, असिस्टेंट प्रोफैसर इन पंजाबी इन GGD ST कॉलेज खेड़ी गुरना। ਅੱਜ ਅਸੀਂ ਅਮਰਤਾ ਪ੍ਰੀਤਮ ਦੀ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਤੇ ਗੱਲ ਕਰਾਂਗੇ। ਅਮਰਤਾ ਪ੍ਰੀਤਮ ਆਧੁਨਿਕ ਪੰਜਾਬੀ ਸਾਹਿਤ ਦੀ ਇੱਕ ਪ੍ਰਸਿੱਧ ਕਵਿਤਰੀ ਹੈ। ਉਸ ਦਾ ਜਨਮ 1919 ਵਿੱਚ ਗੁਜਰਾਂਵਾਲੇ ਹੋਇਆ, ਜੋ ਇਸ ਸਮੇਂ ਪਾਕਿਸਤਾਨ ਵਿੱਚ ਹੈ। ਉਸ ਨੂੰ ਸਾਹਿਤ ਦੀ ਗੁੜਤੀ ਆਪਣੇ ਘਰੋਂ ਹੀ ਮਿਲੀ। ਉਸ ਦੇ ਪਿਤਾ ਗਿਆਨੀ ਕਰਤਾਰ ਸਿੰਘ ਹਿਤਕਾਰੀ ਉਸ ਸਮੇਂ ਦੇ ਪ੍ਰਸਿੱਧ ਪੰਜਾਬੀ ਕਵੀ ਸਨ, ਜੋ ਅਧਿਆਤਮਵਾਦੀ ਕਵਿਤਾ ਲਿਖਦੇ ਸਨ। ਉਸ ਨੇ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਜਿਵੇਂ ਕਵਿਤਾ, ਨਾਵਲ, ਵਾਰਤਕ, ਨਿੱਕੀ ਕਹਾਣੀ ਵਿੱਚ ਲਗਭਗ 100 ਕਿਤਾਬਾਂ ਲਿਖੀਆਂ। ਉਸ ਦੀਆਂ ਬਹੁਤ ਸਾਰੀਆਂ ਰਚਨਾਵਾਂ ਕਈ ਹੋਰ ਭਾਸ਼ਾਵਾਂ ਵਿੱਚ ਟਰਾਂਸਲੇਟ ਕੀਤੀਆਂ ਗਈਆਂ ਹਨ ਤੇ ਉਸ ਦੀਆਂ ਕਈ ਨਾਵਲਾਂ ਤੇ ਫਿਲਮਾਂ ਵੀ ਬਣੀਆਂ ਹਨ। ਅੱਜ ਆਖਾਂ ਵਾਰਿਸ ਸ਼ਾਹ ਨੂੰ ਕਵਿਤਾ ਨਾ ਕੇਵਲ ਭਾਰਤ ਸਗੋਂ ਪਾਕਿਸਤਾਨ ਵਿੱਚ ਵੀ ਬਹੁਤ ਪ੍ਰਸਿੱਧ ਹੋਈ। ਇਹ ਪੰਜਾਬੀ ਸਾਹਿਤ ਵਿੱਚ ਇੱਕ ਖਾਸ ਥਾਂ ਰੱਖਦੀ ਹੈ। ਇਹ ਕਵਿਤਾ ਇਤਿਹਾਸ ਦੇ ਇੱਕ ਬਹੁਤ ਦਰਦਨਾਕ ਹਾਦਸੇ ਨੂੰ ਬਿਆਨ ਕਰਦੀ ਹੈ। 1947 ਵਿੱਚ ਹੋਈ ਭਾਰਤ ਪਾਕਿਸਤਾਨ ਵੰਡ ਸਮੇਂ ਲੱਖਾਂ ਲੋਕ ਆਪਣਾ ਘਰ ਛੱਡ ਕੇ ਬੇਘਰ ਹੋ ਗਏ। ਜਦੋਂ ਉਹ ਘਰ ਛੱਡ ਕੇ ਜਾ ਰਹੇ ਸਨ ਤਾਂ ਸਥਾਨਕ ਲੁਟੇਰਿਆਂ ਨੇ ਨਾ ਕੇਵਲ ਉਹਨਾਂ ਦਾ ਧਨ ਮਾਲ ਲੁੱਟਿਆ, ਸਗੋਂ ਉਹਨਾਂ ਦੀਆਂ ਧੀਆਂ ਭੈਣਾਂ ਦੀ ਵੀ ਬੇਪਤੀ ਕੀਤੀ, ਔਰਤਾਂ ਨੂੰ ਖੋਹ ਕੇ ਲੈ ਗਏ। ਜਦੋਂ ਵੀ ਕੁਝ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਨੇ, ਜੰਗਾਂ ਹੁੰਦੀਆਂ ਨੇ, ਤੇ ਸਭ ਤੋਂ ਜ਼ਿਆਦਾ ਔਰਤਾਂ ਨੂੰ ਹੀ ਸਫ਼ਰ ਕਰਨਾ ਪੈਂਦਾ ਹੈ, ਔਰਤਾਂ ਨੂੰ ਹੀ ਚੱਲਣਾ ਪੈਂਦਾ ਹੈ। ਤੇ ਇਹੀ ਕੁਝ 1947 ਸਮੇਂ ਹੋਇਆ। ਲੱਖਾਂ ਕੁੜੀਆਂ ਆਪਣੇ ਪਰਿਵਾਰ ਨਾਲੋਂ ਵਿਛੜ ਗਈਆਂ। ਲੱਖਾਂ ਕੁੜੀਆਂ ਨੂੰ ਬੇਪਤੀ ਸਹਾਰਨੀ ਪਈ। ਇਹ ਸਭ ਵੇਖ ਕੇ ਅਮਰਤਾ ਦਾ ਦਿਲ ਰੋ ਉੱਠਿਆ ਤੇ ਉਹ ਮੱਧਕਾਲੀ ਕਵੀ ਵਾਰਿਸ ਸ਼ਾਹ ਨੂੰ ਪੁਕਾਰ ਉੱਠਦੀ ਹੈ ਤੇ ਉਸ ਨੂੰ ਪਰਤਾਉਣ ਲਈ ਕਹਿੰਦੀ ਹੈ ਤੇ ਇਹਨਾਂ ਕੁੜੀਆਂ ਦਾ, ਇਹਨਾਂ ਔਰਤਾਂ ਦਾ ਦਰਦ ਬਿਆਨ ਕਰਨ ਲਈ ਕਹਿੰਦੀ ਹੈ। ਇੱਥੇ ਅਮਰਤਾ ਪ੍ਰੀਤਮ ਵਾਰਿਸ ਸ਼ਾਹ ਨੂੰ ਹੀ ਕਿਉਂ ਪੁਕਾਰਦੀ ਹੈ, ਇਹ ਪ੍ਰਸ਼ਨ ਉੱਠਦਾ ਹੈ। ਵਾਰਿਸ ਸ਼ਾਹ ਨੇ 18ਵੀਂ ਸਦੀ ਦੇ ਵਿੱਚ ਹੀਰ ਦਾ ਕਿੱਸਾ ਲਿਖਿਆ। ਉਸ ਸਮੇਂ ਜਦੋਂ ਔਰਤ ਦੀ ਕੋਈ ਪੁੱਛ ਨਹੀਂ ਸੀ, ਉਹ ਕਿਸੇ ਗੱਲ ਵਿੱਚ ਬੋਲ ਵੀ ਨਹੀਂ ਸਕਦੀ ਸੀ, ਉਸ ਸਮੇਂ ਵਾਰਿਸ ਨੇ ਆਪਣੇ ਕਿੱਸੇ ਵਿੱਚ ਹੀਰ ਨੂੰ ਇੰਨਾ ਤਾਕਤਵਰ ਵਿਖਾਇਆ ਕਿ ਉਹ ਆਪਣੇ ਹੱਕਾਂ ਲਈ ਲੜ ਰਹੀ ਹੈ, ਬੋਲ ਰਹੀ ਹੈ। ਇਸੇ ਲਈ ਇਸ ਹਾਦਸੇ ਸਮੇਂ ਵੀ ਅਮਰਤਾ ਨੂੰ ਉਸੇ ਵਾਰਿਸ ਦੀ ਯਾਦ ਆਉਂਦੀ ਹੈ ਤੇ ਉਹਨੂੰ ਸੰਬੋਧਨ ਕਰਕੇ ਉਹ ਕਵਿਤਾ ਲਿਖਦੀ ਹੈ, ਉਹਨੂੰ ਪੁਕਾਰਦੀ ਹੈ, ਪਰਤਾਉਣ ਲਈ ਕਹਿੰਦੀ ਹੈ ਤੇ ਇਹਨਾਂ ਔਰਤਾਂ ਦਾ ਦਰਦ ਬਿਆਨ ਕਰਨ ਲਈ ਕਹਿੰਦੀ ਹੈ। ਉਹਨੂੰ ਲੱਗਦਾ ਹੈ ਕਿ ਜਿਵੇਂ ਉਹਨੇ ਹੀਰ ਦਾ ਦਰਦ ਮਹਿਸੂਸ ਕੀਤਾ ਸੀ, ਸਿਰਫ ਉਹੀ ਹੁਣ ਇਹਨਾਂ ਕੁੜੀਆਂ ਦਾ ਦਰਦ ਵੀ ਮਹਿਸੂਸ ਕਰ ਸਕਦਾ ਹੈ। ਕਵਿਤਾ ਹੈ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਅਮ੍ਰਿਤਾ ਕਹਿੰਦੀ ਹੈ ਕਿ ਮੈਂ ਵਾਰਿਸ ਨੂੰ ਬੁਲਾ ਰਹੀ ਹਾਂ, ਪੁਕਾਰ ਰਹੀ ਹਾਂ ਕਿ ਜਿੱਥੇ ਵੀ ਕਬਰ ਦੇ ਵਿੱਚ ਉਹ ਸੁੱਤਾ ਪਿਆ, ਬੋਲੇ ਤੇ ਇਸ਼ਕ ਦੀ ਕਿਤਾਬ ਦਾ ਕੋਈ ਅਗਲਾ ਪੰਨਾ ਫੋਲੇ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਅਮਰਤਾ ਕਹਿੰਦੀ ਹੈ ਕਿਸੇ ਸਮੇਂ ਪੰਜਾਬ ਦੀ ਇੱਕ ਧੀ ਯਾਨੀ ਹੀਰ ਰੋਈ ਸੀ ਤੇ ਤੂੰ ਉਹਦੇ ਲਈ ਵੈਣ ਲਿਖ ਲਿਖ ਕੇ ਮਾਰੇ ਸਨ ਆਪਣੇ ਕਿੱਸੇ ਵਿੱਚ, ਉਹਦਾ ਪੱਖ ਪੂਰਿਆ ਸੀ ਤੂੰ। ਅੱਜ ਉਹਦੇ ਵਰਗੀਆਂ ਲੱਖਾਂ ਧੀਆਂ, ਹੀਰ ਵਰਗੀਆਂ ਲੱਖਾਂ ਧੀਆਂ ਰੋ ਰਹੀਆਂ ਨੇ
ਦਰਦ ਹੰਢਾ ਰਹੀਆਂ ਨੇ ਤੇ ਤੈਨੂੰ ਵਾਰਿਸ ਸ਼ਾਹ ਨੂੰ ਪੁਕਾਰ ਰਹੀਆਂ ਨੇ ਕਿ ਆ ਕੇ ਉਹਨਾਂ ਦਾ ਦਰਦ ਵੰਡਾ। ਉੱਠ ਦਰਦਮੰਦਾਂ ਦਿਆ ਦਰਦੀਆ, ਉੱਠ ਤੱਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਜਨਾਬ। ਉਹ ਕਹਿੰਦੀ ਹੈ ਦਰਦਮੰਦਾਂ ਦਿਆ ਦਰਦੀਆ, ਦਰਦ ਵੰਡਾਉਣ ਵਾਲਿਆ, ਦਰਦਮੰਦ ਲੋਕਾਂ ਦਾ ਦਰਦ ਵੰਡਾਉਣ ਵਾਲਿਆ, ਉੱਠ ਤੇ ਆਪਣੇ ਪੰਜਾਬ ਦੀ ਹਾਲਤ ਵੇਖ ਕੀ ਹੋ ਗਈ ਹੈ। ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਜਨਾਬ। ਬੇਲਾ ਉਹ ਥਾਂ ਹੈ ਜਿੱਥੇ ਹੀਰ ਤੇ ਰਾਂਝੇ ਦਾ ਇਸ਼ਕ ਫਲਿਆ ਫੁੱਲਿਆ। ਚਨਾਬ ਦਰਿਆ ਦੇ ਵਿੱਚ ਹੀਰ ਦਾ ਇਸ਼ਕ ਫਲਿਆ ਫੁੱਲਿਆ। ਚਨਾਬ ਦਰਿਆ ਨੂੰ ਪ੍ਰੀਤ ਦਾ ਦਰਿਆ ਕਿਹਾ ਜਾਂਦਾ ਹੈ, ਪਰ ਇਹ ਦਰਿਆ ਤੇ ਇਹ ਬੇਲਾ ਜਿਹੜਾ ਅੱਜ ਲਾਸ਼ਾਂ ਦੇ ਨਾਲ ਭਰਿਆ ਹੋਇਆ। ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ ਕਿ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਲਾਂਬੂ ਲਾ। ਅੰਮ੍ਰਿਤਾ ਕਹਿੰਦੀ ਹੈ ਪੰਜਾਬ ਦੇ ਪੰਜਾਂ ਪਾਣੀਆਂ, 5 ਦਰਿਆ ਹੈ ਪੰਜਾਬ ਦੇ, ਉਹਨਾਂ 5 ਦਰਿਆਵਾਂ ਦੇ ਵਿੱਚ ਕਿਸੇ ਨੇ ਜ਼ਹਿਰ ਮਿਲਾ ਦਿੱਤਾ ਹੈ, ਨਫ਼ਰਤ ਦਾ ਜ਼ਹਿਰ। ਤੇ ਉਸ ਜ਼ਹਿਰ ਨੇ ਸਾਰੀ ਹੀ ਧਰਤੀ ਨੂੰ ਜਿਵੇਂ ਅੱਗ ਲਾ ਦਿੱਤੀ ਹੈ। ਇਸ ਜਰਖੇਜ਼ ਜ਼ਮੀਨ ਦੇ ਲੂਲੂ ਫੁੱਟਿਆ ਜ਼ਹਿਰ, ਗਿੱਟ ਗਿੱਟ ਚੜੀਆਂ ਲਾਲੀਆਂ, ਫੁੱਟ ਫੁੱਟ ਚੜਿਆ ਕਹਿਰ। ਪੰਜਾਬ ਦੀ ਧਰਤੀ ਬਹੁਤ ਹੀ ਉਪਜਾਊ ਹੈ। ਇਸ ਉਪਜਾਊ ਧਰਤੀ ਦੇ ਜਗ੍ਹਾ ਜਗ੍ਹਾ ਤੋਂ ਕਹਿੰਦੇ ਫਸਲ ਦੀ ਥਾਂ ਤੇ ਜ਼ਹਿਰ ਫੁੱਟ ਗਿਆ। ਲੋਕਾਂ 'ਚ ਆਪਸੀ ਨਫ਼ਰਤ ਫੈਲ ਚੁੱਕੀ ਸੀ। ਹਿੰਦੂ ਤੇ ਸਿੱਖ ਜਿਹੜੇ ਆ ਮੁਸਲਮਾਨਾਂ ਦੇ ਵੈਰੀ ਹੋ ਗਏ ਸਨ ਤੇ ਮੁਸਲਮਾਨ ਹਿੰਦੂ ਸਿੱਖਾਂ ਦੇ ਵੈਰੀ ਹੋ ਗਏ ਸਨ। ਆਪਸ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਇੱਕ ਦੂਜੇ ਨਾਲ ਨਫ਼ਰਤ ਹੋ ਗਈ ਸੀ। ਉਹ ਇੱਕ ਦੂਜੇ ਨੂੰ ਮਾਰਨ ਕੱਟਣ ਲੱਗ ਗਏ ਸਨ। ਤੇ ਕਹਿੰਦੀ ਕਿ ਇਸ ਉਪਜਾਊ ਧਰਤੀ ਦੇ ਜਗ੍ਹਾ ਜਗ੍ਹਾ ਤੇ ਐਵੇਂ ਜਿਵੇਂ ਜ਼ਹਿਰ ਹੀ ਫੁੱਟ ਗਿਆ, ਜ਼ਹਿਰ ਹੀ ਉੱਗ ਆਇਆ। ਗਿੱਟ ਗਿੱਟ ਚੜੀਆਂ ਲਾਲੀਆਂ, ਫੁੱਟ ਫੁੱਟ ਚੜਿਆ ਕਹਿਰ। ਗਿੱਟ ਗਿੱਟ ਤੱਕ ਲਾਲੀਆਂ ਚੜ ਗਈਆਂ ਨੇ, ਖੂਨ ਦੇ ਨਾਲ ਭਰ ਗਿਆ ਗਿੱਟ ਗਿੱਟ ਤੱਕ। ਲੋਕਾਂ ਦਾ ਇੰਨਾ ਖੂਨ ਵਹਿਆ ਹੋਇਆ ਤੇ ਇੱਕ ਇੱਕ ਫੁੱਟ ਤੱਕ ਜਿਵੇਂ ਕਹਿਰ ਚੜ ਗਿਆ, ਗੁੱਸਾ ਚੜ ਗਿਆ, ਨਫ਼ਰਤ ਚੜ ਗਈ ਹੈ। ਵੇਹੂ ਵਿਲਸੀ ਵਾਹ ਫੇਰ ਵਣ ਵਣ ਵੱਗੀ ਜਾ, ਉਹਨੇ ਹਰ ਇੱਕ ਬਾਂਸ ਦੀ ਵੰਜਲੀ ਦਿੱਤੀ ਨਾਗ ਬਣਾ। ਜ਼ਹਿਰ ਦੇ ਨਾਲ ਭਰੀ ਹੋਈ, ਨਫ਼ਰਤ ਦੇ ਨਾਲ ਭਰੀ ਹੋਈ ਹਵਾ ਥਾਂ ਥਾਂ ਤੇ ਫੈਲ ਰਹੀ ਹੈ ਤੇ ਉਹਨਾਂ ਜੰਗਲਾਂ ਵਿੱਚ ਵੀ ਪਹੁੰਚ ਗਈ ਹੈ ਜਿਨ੍ਹਾਂ ਜੰਗਲਾਂ ਦੇ ਵਿੱਚ ਵਾਂਸ ਨੇ, ਉਹ ਵਾਂਸ ਜਿਸ ਦੀਆਂ ਵੰਜਲੀਆਂ ਬਣਦੀਆਂ ਸਨ। ਵੰਜਲੀ ਸਾਡੇ ਸੰਸਕ੍ਰਿਤੀ ਵਿੱਚ ਪਿਆਰ ਦਾ ਪ੍ਰਤੀਕ ਹੈ, ਪ੍ਰੀਤ ਦਾ ਪ੍ਰਤੀਕ ਹੈ। ਪਹਿਲਾਂ ਕ੍ਰਿਸ਼ਨ ਨੇ ਵੰਜਲੀ ਵਜਾਈ ਹੈ ਨਾ, ਤੇ ਕ੍ਰਿਸ਼ਨ ਦਾ ਰਾਧਾ ਦਾ ਪਿਆਰ ਜਿਹੜਾ ਉਹ ਵੰਜਲੀ ਦੇ ਨਾਲ ਜੁੜਿਆ ਹੋਇਆ। ਫਿਰ ਉਸ ਤੋਂ ਬਾਅਦ ਰਾਂਝੇ ਨੇ ਵੰਜਲੀ ਵਜਾਈ, ਹੀਰ ਤੇ ਰਾਂਝੇ ਦਾ ਪਿਆਰ ਉਸ ਵੰਜਲੀ ਦੇ ਨਾਲ ਜੁੜਿਆ ਹੋਇਆ। ਪਰ ਇੱਥੇ ਕੀ ਹੈ, ਉਹ ਵੰਜਲੀ ਜਿਹੜੀ ਹੈ ਨਾਗ ਬਣ ਗਈ ਹੈ। ਨਫ਼ਰਤ ਇੰਨੀ ਫੈਲ ਗਈ ਹੈ ਕਿ ਪ੍ਰੀਤ ਦੀ ਕੋਈ ਥਾਂ ਹੀ ਨਹੀਂ ਰਹੀ। ਪ੍ਰੀਤ ਨੂੰ ਐਕਸਪ੍ਰੈਸ ਕਰਨ ਵਾਲੀਆਂ, ਪ੍ਰੀਤ ਨੂੰ ਬਿਆਨ ਕਰਨ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਨਫ਼ਰਤ ਦਾ ਰੂਪ ਧਾਰ ਗਈਆਂ ਨੇ। ਨਾਗਾਂ ਕੀਲੇ ਲੋਕ ਮੂੰਹ, ਬਸ ਫਿਰ ਡੰਗ ਹੀ ਡੰਗ, ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ। ਇਹ ਜਿਹੜੇ ਨਫ਼ਰਤ ਦੇ ਨਾਗ ਸੀ, ਇਹ ਜਿਹੜੀ ਲੋਕਾਂ ਦੇ ਮਨਾਂ ਦੇ ਅੰਦਰ ਨਫ਼ਰਤ ਭਰੀ ਹੋਈ ਸੀ, ਜ਼ਹਿਰ ਭਰਿਆ ਹੋਇਆ ਸੀ ਇੱਕ ਦੂਜੇ ਲਈ, ਇਹ ਇੰਨਾ ਫੈਲ ਗਿਆ ਕਿ ਇੱਕ ਦੂਜੇ ਨੂੰ ਡੰਗਣ ਲੱਗ ਗਿਆ, ਡੱਸਣ ਲੱਗ ਗਿਆ ਇੱਕ ਦੂਜੇ ਨੂੰ। ਲੋਕ ਇੱਕ ਦੂਜੇ ਨੂੰ ਹੀ ਮਾਰ ਰਹੇ ਨੇ, ਇੱਕ ਦੂਜੇ ਨੂੰ ਨੁਕਸਾਨ ਪਹੁੰਚਾ ਰਹੇ ਨੇ। ਤੇ ਇਸ ਤਰ੍ਹਾਂ ਸਾਰਾ ਪੰਜਾਬ ਜਿਹੜਾ ਹੈ ਉਹਦੇ ਵਿੱਚ ਜ਼ਹਿਰ ਫੈਲ ਗਿਆ ਹੈ। ਐਵੇਂ ਜਿਵੇਂ ਕਿਸੇ ਨੂੰ ਸੱਪ ਵੱਡੇ ਤੇ ਸਾਰਾ ਸਰੀਰ ਨੀਲਾ ਹੋ ਜਾਂਦਾ ਹੈ, ਪੰਜਾਬ ਵੀ ਐਵੇਂ ਹੀ ਦਿਖ ਰਿਹਾ ਜਿਵੇਂ ਸਾਰਾ ਜ਼ਹਿਰ ਦੇ ਨਾਲ ਨੀਲਾ ਹੋ ਗਿਆ। ਸਾਰੇ ਲੋਕ ਇੱਕ ਦੂਜੇ ਦੇ ਦੁਸ਼ਮਣ ਹੋ ਗਏ ਨੇ। ਗਲਿਓਂ ਟੁੱਟੇ ਗੀਤ ਫਿਰ, ਤੱਕਲਿਓਂ ਟੁੱਟੀ ਤੰਦ, ਤ੍ਰਿੰਜਣੋਂ ਟੁੱਟੀਆਂ ਸਹੇਲੀਆਂ, ਚਰਖੜੇ ਘੂਕਰ ਬੰਦ। ਸਾਡੇ ਕਲਚਰ ਵਿੱਚ ਕੀ ਸੀ ਉਦੋਂ ਕਿ
ਕੁੜੀਆਂ ਰਲ ਮਿਲ ਕੇ ਬੈਠਦੀਆਂ ਸੀ। ਉਦੋਂ ਪੜ੍ਹਾਈ ਦਾ ਨਹੀਂ ਸੀ ਇੰਨਾ ਜ਼ਿਆਦਾ, ਕੁੜੀਆਂ ਦੀ ਪੜ੍ਹਾਈ ਵੱਲ ਇੰਨਾ ਲੋਕਾਂ ਦਾ ਧਿਆਨ ਨਹੀਂ ਸੀ, ਸਕੂਲਾਂ ਕਾਲਜਾਂ ਵਿੱਚ ਨਹੀਂ ਜਾਂਦੀਆਂ ਸੀ, ਅਤੇ ਉਹ ਕੋਈ ਲੋਕ ਕਲਾਵਾਂ ਸਿੱਖਦੀਆਂ ਸੀ, ਹਸਤ ਕਲਾਵਾਂ ਵਗੈਰਾ ਸਿੱਖਦੀਆਂ ਸੀ। ਉਹ ਇਕੱਠੀਆਂ ਬੈਠ ਕੇ ਇੱਕ ਦੂਜੇ ਤੋਂ, ਜਿਵੇਂ ਫੁਲਕਾਰੀਆਂ ਕੱਢਣੀਆਂ, ਚਰਖੇ ਅਤੇ ਸੂਤ ਕੱਤਣਾ, ਇਸ ਤਰ੍ਹਾਂ ਦੇ ਕੰਮ ਉਹ ਇਕੱਠੀਆਂ ਬੈਠ ਕੇ ਕਰਦੀਆਂ ਸੀ, ਇੱਕ ਦੂਜੇ ਤੋਂ ਸਿੱਖਦੀਆਂ ਸੀ। ਉਸ ਜਿਹੜੀ ਜਗ੍ਹਾ 'ਤੇ ਉਹ ਇਕੱਠੀਆਂ ਬੈਠ ਕੇ ਕੰਮ ਕਰਦੀਆਂ ਸੀ, ਉਸਨੂੰ ਤ੍ਰਿੰਜਣ ਕਿਹਾ ਜਾਂਦਾ ਸੀ। ਅਤੇ ਤ੍ਰਿੰਜਣ ਜਿਹੜੇ ਨੇ, ਉਹ ਕਹਿੰਦਾ ਕਿ ਅੰਮ੍ਰਿਤਾ ਕਹਿੰਦੀ ਕਿ ਤ੍ਰਿੰਜਣ ਜਿਹੜੇ ਨੇ ਉਹ ਟੁੱਟ ਗਏ, ਉਸ ਸਮੇਂ ਵਿਛੜ ਗਏ, ਸਹੇਲੀਆਂ ਇੱਕ ਦੂਜੇ ਤੋਂ ਦੂਰ ਹੋ ਗਈਆਂ। ਤ੍ਰਿੰਜਣੋਂ ਟੁੱਟੀਆਂ ਸਹੇਲੀਆਂ, ਚਰਖੜੇ ਕੁੱਕਰ ਬੰਦ। ਤ੍ਰਿੰਜਣ 'ਚੋਂ ਸਹੇਲੀਆਂ ਵਿਛੜ ਗਈਆਂ ਨੇ, ਅਤੇ ਜਿਹੜੇ ਚਰਖੇ 'ਤੇ ਉਹ ਸੂਤ ਕੱਤਦੀਆਂ ਸਨ, ਉਹ ਚਰਖਾ ਬੰਦ ਹੋ ਗਿਆ। ਜਿਹੜੇ ਗੀਤ ਗਾਉਂਦੀਆਂ ਸਨ ਉਹ ਸੂਤ ਕੱਤਦੀਆਂ ਹੋਈਆਂ, ਉਹ ਗੀਤ ਟੁੱਟ ਗਏ ਨੇ। ਤੱਕਲਿਆਂ ਤੋਂ ਤੰਦ ਵੀ ਟੁੱਟ ਗਈ ਹੈ। ਸਣੇ ਸੇਜ ਦੇ ਬੇੜੀਆਂ ਰੁੱਡਣ ਦਿੱਤੀਆਂ ਰੋੜ, ਸਣੇ ਡਾਲੀਆਂ ਪੀਂਘ ਅੱਜ ਪਿੱਪਲਾਂ ਦਿੱਤੀ ਤੋੜ। ਇਹ ਉਹ ਮਾਹੌਲ ਹੈ ਜਦੋਂ ਇੱਕ ਦੂਜੇ ਦੀ ਕਿਸੇ ਨੂੰ ਕੋਈ ਸੁੱਧ ਨਹੀਂ ਹੈ, ਆਪਣਾ ਵੀ ਪਤਾ ਨਹੀਂ ਹੈ ਕਿਸੇ ਨੂੰ, ਦੂਸਰੇ ਨੂੰ ਉਹ ਕੀ ਸੰਭਾਲੇਗਾ। ਇੱਥੇ ਅੰਮ੍ਰਿਤਾ ਲੁੱਡਣ ਦਾ ਹਵਾਲਾ ਦਿੰਦੀ ਹੈ। ਲੁੱਡਣ ਕੌਣ ਹੈ? ਹੀਰ ਦੇ ਕਿੱਸੇ ਦੇ ਵਿੱਚ ਉਹ ਮਲਾਹ ਜਿਹੜਾ ਉਹਦੀ ਕਿਸ਼ਤੀ ਦੀ ਸੰਭਾਲ ਕਰਦਾ ਸੀ, ਹੀਰ ਦੀ ਕਿਸ਼ਤੀ ਦੀ ਸੰਭਾਲ ਕਰਦਾ ਸੀ। ਹੀਰ ਉਸ ਕਿਸ਼ਤੀ 'ਤੇ ਆਪਣੀਆਂ ਸਹੇਲੀਆਂ ਦੇ ਨਾਲ ਸਮਾਂ ਬਿਤਾਉਣ ਜਾਂਦੀ ਸੀ, ਅਤੇ ਹੀਰ ਦਾ ਜਦੋਂ ਪਹਿਲੀ ਜਿਹੜੀ ਮਿਲਣੀ ਹੋਈ ਰਾਂਝੇ ਦੇ ਨਾਲ, ਉਹ ਵੀ ਉਸ ਕਿਸ਼ਤੀ 'ਤੇ ਹੀ ਹੋਈ ਹੈ। ਅਤੇ ਲੁੱਡਣ ਮਲਾਹ ਉਸ ਕਿਸ਼ਤੀ ਦੀ ਸੰਭਾਲ ਕਰਦਾ ਸੀ। ਕਹਿੰਦਾ ਲੁੱਡਣ ਵਰਗੇ, ਅੰਮ੍ਰਿਤਾ ਕਹਿੰਦੀ ਕਿ ਲੁੱਡਣ ਵਰਗੇ ਜਿਹੜੇ ਮਲਾਹ ਸਨ, ਜਿਹੜੇ ਸੰਭਾਲ ਕਰਦੇ ਸਨ ਕਿਸ਼ਤੀਆਂ ਦੀ, ਜਿਹੜੇ ਵੇਖਦੇ ਸਨ ਸਾਰਾ ਕੁਝ, ਉਹਨਾਂ ਨੇ ਕੀ ਕੀਤਾ, ਸੇਜ ਸਮੇਤ ਕਿਸ਼ਤੀਆਂ ਰੋੜ ਦਿੱਤੀਆਂ ਨੇ, ਕਿਉਂਕਿ ਉਹਨਾਂ ਨੂੰ ਕੋਈ ਸੁੱਧ ਬੁੱਧ ਹੀ ਨਹੀਂ ਰਹੀ ਉਸ ਸਮੇਂ। ਆਪਣੀ ਚੀਜ਼ਾਂ ਉਹ ਕੀ ਸੰਭਾਲਦੇ। ਸਣੇ ਡਾਲੀਆਂ ਪੀਂਘ ਅੱਜ ਪਿੱਪਲਾਂ ਦਿੱਤੀ ਤੋੜ। ਉਹ ਪਿੱਪਲ ਜਿਨ੍ਹਾਂ 'ਤੇ ਕੁੜੀਆਂ ਪੀਂਘਾਂ ਝੂਟਦੀਆਂ ਸਨ, ਕੁੜੀਆਂ ਸਾਰੀਆਂ ਰਲ ਮਿਲ ਕੇ ਸਾਉਣ ਦੇ ਮਹੀਨੇ ਦੇ ਵਿੱਚ ਪੀਂਘਾਂ ਝੂਟਦੀਆਂ ਨੇ। ਪੰਜਾਬ ਦਾ ਐਵੇਂ ਦਾ ਕਲਚਰ ਰਿਹਾ। ਅਤੇ ਉਸ ਸਮੇਂ 1947 'ਚ ਜਦੋਂ ਦੇਸ਼ ਵੰਡ ਹੋਈ, ਜਦੋਂ ਪੰਜਾਬ ਹੀ ਟੋਟੇ ਟੋਟੇ ਹੋ ਗਿਆ, ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ, ਉਸ ਸਮੇਂ ਪਿੱਪਲਾਂ ਨੇ ਪੀਂਘਾਂ ਤਾਂ ਕੀ ਸੰਭਾਲਣੀਆਂ ਸੀ, ਆਪਣੀਆਂ ਡਾਲੀਆਂ ਵੀ ਤੋੜ ਦਿੱਤੀਆਂ ਜਿਨ੍ਹਾਂ 'ਤੇ ਪੀਂਘਾਂ ਪਈਆਂ ਹੋਈਆਂ ਸੀ। ਮਤਲਬ ਇੱਕ ਦੂਜੇ ਤੋਂ ਪਿੱਛਾ ਛਡਾਇਆ ਜਾ ਰਿਹਾ ਸੀ। ਉਦੋਂ ਕੋਈ ਕਿਸੇ ਨੂੰ ਸੰਭਾਲ ਨਹੀਂ ਰਿਹਾ ਸੀ। ਜਿੱਥੇ ਵੱਜਦੀ ਸੀ ਫੂਕ ਪਿਆਰ ਦੀ, ਉਹ ਵੰਝਲੀ ਗਈ ਗੁਆਚ। ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਹਦੀ ਜਾਚ। ਪੰਜਾਬ ਦੇ ਵਿੱਚ ਹਮੇਸ਼ਾ ਇੱਕ ਦੂਜੇ ਦੇ ਨਾਲ ਪਿਆਰ ਦੀ ਭਾਵਨਾ ਪ੍ਰਫੁੱਲਤ ਹੁੰਦੀ ਰਹੀ ਹੈ। ਇਹ ਪਿਆਰ ਦੀ ਧਰਤੀ ਰਹੀ ਹੈ ਹਮੇਸ਼ਾ। ਤੇ ਇੱਥੇ ਕਹਿੰਦਾ ਕਿ ਜਿੱਥੇ ਵੱਜਦੀ ਸੀ ਫੂਕ ਪਿਆਰ ਦੀ, ਉਹ ਵੰਝਲੀ ਗਈ ਗਵਾਚ। ਰਾਂਝੇ ਵਰਗੇ ਜਿਹੜੇ ਪ੍ਰੇਮੀ ਸੀ, ਜਿਹੜੇ ਵੰਝਲੀਆਂ ਵਜਾਉਂਦੇ ਸੀ, ਜਿਹੜੇ ਪ੍ਰੀਤ ਕਰਦੇ ਸੀ ਕਿਸੇ ਨੂੰ, ਉਹ ਜਾਚ ਭੁੱਲ ਗਏ ਨੇ ਪਿਆਰ ਦੀ ਅੱਜ। ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਹਦੀ ਜਾਚ। ਪੰਜਾਬ ਦੇ ਜਿਹੜੇ ਗੱਭਰੂ ਨੇ 1947 ਦੇ ਸਮੇਂ ਦੇ, ਅੰਮ੍ਰਿਤਾ ਕਹਿੰਦੀ ਕਿ ਉਹ ਪਿਆਰ ਕਰਨਾ ਭੁੱਲ ਗਏ ਨੇ। ਉਹਨਾਂ ਦੇ ਮਨਾਂ 'ਚ ਬਸ ਨਫ਼ਰਤ ਹੀ ਭਰੀ ਹੈ ਕਿ ਇੱਕ ਦੂਜੇ ਨੂੰ ਮਾਰਨਾ ਹੀ ਹੈ। ਮਤਲਬ ਜਿਹੜਾ ਉਹਨਾਂ ਦਾ ਅਸਲੀ ਚਰਿੱਤਰ ਹੈ, ਪਿਆਰ ਕਰਨਾ, ਉਹਨੂੰ ਅੱਜ ਉਹ ਭੁੱਲ ਚੁੱਕੇ ਨੇ। ਉਹਨਾਂ ਨੂੰ ਇਹ ਭੁੱਲ ਗਿਆ ਕਿ ਉਹ ਉਸ ਦੇਸ਼ ਦੇ ਵਾਸੀ ਨੇ ਜਿੱਥੇ ਪ੍ਰੀਤ ਨੇ ਜਨਮ ਲਿਆ, ਜਿੱਥੇ ਪ੍ਰੀਤ ਨੇ ਵਿਕਾਸ ਕੀਤਾ, ਜਿੱਥੇ ਹੀਰ ਰਾਂਝੇ ਦਾ ਪਿਆਰ ਫੁੱਲਿਆ ਫਲਿਆ। ਉਹ ਉਸ ਪਿਆਰ ਨੂੰ ਭੁੱਲ ਕੇ ਨਫ਼ਰਤ ਵਿੱਚ ਗੁਆਚ ਚੁੱਕੇ ਨੇ। ਅੰਮ੍ਰਿਤਾ ਕਹਿੰਦੀ ਧਰਤੀ ਤੇ ਲਹੂ ਵਸਿਆ,
ਕਬਰਾਂ ਪਈਆਂ ਚੋਣ, ਪ੍ਰੀਤ ਦੀਆਂ ਸ਼ਾਹਜ਼ਾਦੀਆਂ ਅੱਜ ਵਿੱਚ ਮਜਾਰਾ ਰੋਣ। ਸਾਰੀ ਧਰਤੀ ਤੇ ਐਵੇਂ ਜਿਵੇਂ ਲਹੂ ਹੀ ਲਹੂ ਫੈਲਿਆ ਹੋਇਆ। ਇੰਨੀਆਂ ਲਾਸ਼ਾਂ ਹੋ ਗਈਆਂ ਨੇ ਕਿ ਕਬਰਾਂ ਵਿੱਚ ਸਮਾ ਨਹੀਂ ਰਹੀਆਂ। ਕਬਰਾਂ ਵਿੱਚੋਂ ਵੀ ਖੂਨ ਬਾਹਰ ਆ ਰਿਹਾ। ਪ੍ਰੀਤ ਦੀਆਂ ਸ਼ਾਹਜ਼ਾਦੀਆਂ ਅੱਜ ਵਿੱਚ ਮਜਾਰਾ ਰੋਣ। ਉਹ ਕੁੜੀਆਂ ਜਿਨ੍ਹਾਂ ਨੇ ਕਿਸੇ ਨੂੰ ਪਿਆਰ ਕੀਤਾ ਸੀ ਕਦੀ, ਅੱਜ ਪੀਰਾਂ ਦੀਆਂ ਮਜ਼ਾਰਾਂ ਵਿੱਚ ਜਾ ਕੇ ਰੋ ਰਹੀਆਂ ਨੇ, ਕਿਉਂਕਿ ਆਪਣੇ ਪ੍ਰੇਮੀਆਂ ਤੋਂ ਵਿਛੜ ਗਈਆਂ ਨੇ। ਅੱਜ ਸਭੇ ਕੈਦੋਂ ਬਣ ਗਏ ਹੁਸਨ ਇਸ਼ਕ ਦੇ ਚੋਰ। ਇੱਥੇ ਫਿਰ ਅੰਮ੍ਰਿਤਾ ਹੀਰ ਦੇ ਕਿਸੇ ਦਾ ਹੀ ਹਵਾਲਾ ਦਿੰਦੀ ਹੈ। ਕੈਦੋਂ ਹੀਰ ਦਾ ਚਾਚਾ ਸੀ, ਜਿਸ ਨੇ ਹੀਰ ਤੇ ਰਾਂਝੇ ਦਾ ਪਿਆਰ ਜਿਹੜਾ ਉਹ ਪ੍ਰਵਾਨ ਨਹੀਂ ਚੜ੍ਹਨ ਦਿੱਤਾ। ਸਭ ਤੋਂ ਵੱਡੀ ਅੜਚਨ ਉਹਨਾਂ ਦੇ ਇਸ਼ਕ ਦੇ ਵਿੱਚ ਕੈਦੋਂ ਹੀ ਸੀ। ਇੱਕ ਸਮੇਂ ਹੀਰ ਦਾ ਪਿਤਾ ਵੀ ਮੰਨ ਗਿਆ ਸੀ ਕਿ ਉਹ ਰਾਂਝੇ ਨਾਲ ਹੀਰ ਨੂੰ ਵਿਆਹ ਦਿੰਦਾ, ਪਰ ਕੈਦੋਂ ਉਸ ਸਮੇਂ ਬੜੀ ਵੱਡੀ ਅੜਚਨ ਬਣ ਕੇ ਆਇਆ। ਉਹ ਨਹੀਂ ਚਾਹੁੰਦਾ ਸੀ ਕਿ ਇਹਨਾਂ ਦਾ ਜਿਹੜਾ ਪਿਆਰ ਹੈ ਉਹ ਐਵੇਂ ਸਿਰੇ ਚੜ੍ਹੇ, ਤੇ ਉਸਨੇ ਅੜਿੱਕਾ ਪੈਦਾ ਕਰਕੇ ਹੀਰ ਨੂੰ ਖੇੜਿਆਂ ਦੇ ਵਿਆਹ ਦਿੱਤਾ। ਤੇ ਇੱਥੇ ਉਹਦਾ ਹਵਾਲਾ ਦਿੰਦੀ ਹੋਈ ਅੰਮ੍ਰਿਤਾ ਕਹਿੰਦੀ ਕਿ ਉਦੋਂ ਇੱਕ ਕੈਦੋਂ ਸੀ ਜਿਹੜਾ ਹੀਰ ਦੇ ਇਸ਼ਕ ਦੇ ਵਿੱਚ ਰੁਕਾਵਟ ਬਣਿਆ। ਹੁਣ ਇੱਥੇ ਕੀ ਹੈ, ਇੱਥੇ ਸਾਰੇ ਹੀ ਕੈਦੋਂ ਬਣ ਗਏ ਨੇ, ਹੁਸਨ ਤੇ ਇਸ਼ਕ ਦੇ ਚੋਰ ਬਣ ਗਏ ਨੇ। ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇੱਕ ਹੋਰ। ਅੰਮ੍ਰਿਤਾ ਕਹਿੰਦੀ ਹੈ ਕਿ ਵਾਰਿਸ ਸ਼ਾਹ ਵਰਗਾ ਕੋਈ ਸ਼ਾਇਰ ਹੁਣ ਕਿੱਥੋਂ ਲੈ ਕੇ ਆਈਏ ਅਸੀਂ, ਜਿਹੜਾ ਦਰਦ ਵੰਡਾਏ ਇਹਨਾਂ ਹੀਰਾਂ ਦਾ, ਇਹਨਾਂ ਪ੍ਰੀਤ ਦੀਆਂ ਸ਼ਹਿਜ਼ਾਦੀਆਂ ਦਾ, ਜਿਹੜੀਆਂ ਆਪਣੇ ਪਿਆਰ ਨੂੰ ਗਵਾ ਚੁੱਕੀਆਂ ਨੇ। ਅਜੇ ਆਖਾਂ ਵਾਰਿਸ ਸ਼ਾਹ ਨੂੰ ਕਿ ਤੂੰ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਖੋਲ। ਉਹ ਕਹਿੰਦੀ ਕਿ ਮੈਂ ਫਿਰ ਪੁਕਾਰਦੀ ਹਾਂ ਵਾਰਿਸ ਸ਼ਾਹ ਨੂੰ, ਜਿੱਥੇ ਵੀ ਕਿਤੇ ਕਬਰਾਂ ਦੇ ਵਿੱਚ ਤੂੰ ਸਮਾਇਆ ਹੋਇਆ ਉੱਥੋਂ ਬੋਲ, ਤੇ ਇਸ਼ਕ ਦੀ ਕਿਤਾਬ ਦਾ ਕੋਈ ਅਗਲਾ ਵਰਕਾ ਫੋਲ। ਇਸ਼ਕ ਦੀ ਫਿਰ ਕਹਾਣੀ ਪਾ, ਤਾਂ ਕਿ ਲੋਕ ਜਿਹੜੇ ਪਿਆਰ ਕਰਨਾ ਭੁੱਲ ਗਏ ਨੇ, ਜਿਹੜੇ ਇੱਕ ਦੂਜੇ ਨੂੰ ਨਫ਼ਰਤ ਕਰ ਰਹੇ ਨੇ, ਉਹ ਫਿਰ ਦੁਬਾਰਾ ਇਸ਼ਕ ਦੇ ਕਿੱਸੇ ਪੜ੍ਹਨ ਤੇ ਦੁਬਾਰਾ ਉਹ ਪਹਿਚਾਨਣ ਕਿ ਉਹ ਅਸਲੀ ਕਿਹਨਾਂ ਦੇ ਵਾਰਸ ਨੇ, ਕਿਹੜੇ ਦੇਸ਼ 'ਚ ਰਹਿੰਦੇ ਨੇ, ਜਿੱਥੇ ਹੀਰ ਤੇ ਰਾਂਝੇ ਦੇ ਕਿੱਸੇ ਰਚੇ ਗਏ। ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤੇ ਇਹ ਸਾਡਾ ਕੰਟੈਕਟ ਨੰਬਰ ਹੈ। ਇੰਸਟਾਗ੍ਰਾਮ, ਫੇਸਬੁੱਕ, ਟਵਿੱਟਰ ਰਾਹੀਂ ਸਾਨੂੰ ਕੰਟੈਕਟ ਕਰ ਸਕਦੇ ਹੋ।